हाँ जी वीरे ਆਪਾਂ ਕੰਟੀਨਿਊ ਕਰਦੇ ਆਂ। ਪ੍ਰੈਜ਼ੀਡੈਂਟ ਚੱਲ ਰਿਹਾ ਸੀ ਆਪਣਾ। ਜਸਟ 1 ਮਿੰਟ ਯਾਰ। हेलो एक मिनट। हाँ जी, तो ਆਪਾਂ ਕੰਡੀਸ਼ਨਸ ਦਾ ਕਰ ਲਿਆ ਸੀ ਹੈ ਨਾ, ਕੰਡੀਸ਼ਨਸ ਆਫ ਪ੍ਰੈਜ਼ੀਡੈਂਟ ਆਫਿਸ। ਹੁਣ ਇਸ ਤੋਂ ਅੱਗੇ ਕੀ ਆਊਗਾ? ਹੁਣ ਆਰਟੀਕਲ 60। ਇਹ ਬਹੁਤ ਇੰਪੋਰਟੈਂਟ ਹੈ। ਕੰਡੀਸ਼ਨਸ ਦਾ ਸਾਰਿਆਂ ਦਾ ਪਤਾ ਲੱਗ ਗਿਆ ਸੀ ਨਾ। तो ਹੁਣ ਆਰਟੀਕਲ 60 ਆ ਗਿਆ। ਆਰਟੀਕਲ 60 ਦੇ ਵਿੱਚ ਕੀ ਹੈ? oath and affirmation of the president। ਉਹਦੇ ਵਿੱਚ ਸੀ emoluments। emoluments ਕੀ ਹੁੰਦੀ ਹੈ? ਤਨਖਾਹ। ਤੇ ਆਰਟੀਕਲ 60 ਦੇ ਵਿੱਚ ਕੀ ਹੈ? oath and affirmation। oath ਤੇ affirmation ਦੇ ਵਿੱਚ ਤੁਹਾਨੂੰ ਫਰਕ ਦੱਸਿਆ ਸੀ ਮੈਂ, ਜੇ ਤੁਹਾਡੇ ਯਾਦ ਹੋਵੇ ਵੀ ਜਿਹੜਾ ਬੰਦਾ ਤਾਂ ਰੱਬ ਨੂੰ ਮੰਨਣ ਵਾਲਾ ਉਹ ਤਾਂ ਸਹੁੰ ਚੁੱਕਦਾ, ਉਹਦੀ ਤਾਂ oath ਹੁੰਦੀ ਹੈ। ਜਿਹੜਾ ਬੰਦਾ ਨਾਸਤਿਕ ਹੁੰਦਾ ਜਾਂ ਕਾਮਰੇਡ ਹੁੰਦਾ ਉਹਨਾਂ ਦੀ ਕੀ ਹੁੰਦੀ ਹੈ? affirmation ਹੁੰਦੀ ਹੈ। ਠੀਕ ਹੈ, ਇਹਨਾਂ 'ਚ ਫਰਕ ਇੰਨਾ ਕੁ ਹੁੰਦਾ। ठीक है। सो oath and affirmation of the president। ਹੁਣ ਇਹ ਬਹੁਤ ਇੰਪੋਰਟੈਂਟ ਹੈ। ਇਹ ਕੌਣ ਚੁਕਾਉਂਦਾ? the oath of the president is administered by ਹੈ ਨਾ, is conducted by chief justice of India। ਕੌਣ ਚੁਕਾਉਂਦਾ? chief justice of इंडिया। मतलब ਸੁਪਰੀਮ ਕੋਰਟ ਦਾ ਜਿਹੜਾ ਸਾਰਿਆਂ ਤੋਂ ਵੱਡਾ ਜੱਜ ਹੋਊਗਾ, ਸੁਪਰੀਮ ਕੋਰਟ ਦਾ ਜਿਹੜਾ ਚੀਫ ਜਸਟਿਸ ਹੋਊਗਾ ਉਹ ਸਹੁੰ ਚੁਕਾਊਗਾ। and in his absence the senior most judge of the supreme court। क्वेश्चन ये भी आ सकता भी जे मन के चलो सुप्रीम कोर्ट का चीफ जस्टिस है नहीं गा, है ना, चीफ जस्टिस ऑफ इंडिया है नहीं गा। पहली गल तुहानू एक गल होर क्लीयर करदा भी जेड़ा सुप्रीम कोर्ट है, सुप्रीम कोर्ट दे विच 31 जज है। हुण इन्हां दी गिनती मतलब शायद 33 करती है। ठीक है, उन्हां 33 दे विचों जेड़ा सीनियर मोस्ट जज हुंदा है ना, ओह चीफ जस्टिस बनदा। जेड़ा मुख्य जज बनदा वो सीनियर सीनियोरिटी के हिसाब नाल बनदे रहिंदे आ। ठीक है, तो जे हुण मन के चलो सारिਆਂ ਤੋਂ ਜਿਹੜਾ ਸੀਨੀਅਰ ਮੋਸਟ ਜੱਜ ਹੋਊ ਉਹਨੂੰ ਅਸੀਂ ਕੀ ਕਹਿ ਦਿੰਦੇ ਹਾਂ? ਚੀਫ ਜਸਟਿਸ ਆਫ ਇੰਡੀਆ। ਸੁਪਰੀਮ ਕੋਰਟ ਦਾ ਜਿਹੜਾ ਸਾਰਿਆਂ ਤੋਂ ਜ਼ਿਆਦਾ ਤਜਰਬੇਕਾਰ ਜੱਜ ਹੋਊਗਾ ਉਹ ਹੁੰਦਾ CJI, ਚੀਫ ਜਸਟਿਸ ਆਫ ਇੰਡੀਆ। ਠੀਕ ਹੈ, ਤੇ ਉਹ ਸਹੁੰ ਚੁਕਾਉਂਦਾ ਪ੍ਰੈਜ਼ੀਡੈਂਟ ਨੂੰ। ਪਰ ਜੇ ਹੁਣ ਮੰਨ ਕੇ ਚਲੋ ਉਹ ਨਾ ਹੋਇਆ, ਕਿਸੇ ਕਾਰਨ ਕਰਕੇ ਉਹ ਐਬਸੈਂਟ ਆ, ਤੇ ਪ੍ਰੈਜ਼ੀਡੈਂਟ ਨੂੰ ਆਪਾਂ ਸਹੁੰ ਚੁਕਾਉਣੀ, ਹੁਣ ਸਹੁੰ ਚੁੱਕਣ ਵੱਲੋਂ ਥੋੜਾ ਬੈਠਾ ਰਹੂਗਾ, ਵੇਟ ਕਰੀ ਜਾਊਗਾ CJI ਦੇ। ਫਿਰ ਕੋਈ ਨਵਾਂ ਵੀ ਕਹਿਣ ਦਾ ਮਤਲਬ ਨਵਾਂ ਇਨ ਦੀ ਸੈਂਸ ਵੀ ਉਹਦੀ ਥਾਂ ਤੇ ਜਿਹੜਾ ਦੂਜੇ ਨੰਬਰ ਵਾਲਾ ਸੀਨੀਅਰ ਮੋਸਟ ਆ, ਹਨਾ, ਸਮਝ ਲੱਗੀ? ਜੋ ਸਾਰਿਆਂ ਤੋਂ ਜ਼ਿਆਦਾ ਸੀਨੀਅਰ ਸੀਗਾ, 1-2 ਨੰਬਰ ਤੇ ਸੀਨੀਅਰ ਆ ਵੀ ਹਾਂ ਉਹਨੂੰ 10 ਸਾਲ ਹੋ ਗਏ ਸੀ, ਉਹ ਦੂਜੇ ਨੂੰ 9 ਹੋ ਗਏ, ਹਨਾ। ਫਿਰ ਉਹ 9 ਸਾਲਾਂ ਵਾਲਾ ਚੁਕਾਊਗਾ ਵੀ ਹੋਰ ਕੋਈ ਸੀਨੀਅਰ ਮੋਸਟ ਜੱਜ ਉਹਦੀ ਜਗ੍ਹਾ ਤੇ ਚੁਕਾ ਸਕਦਾ। ਠੀਕ ਹੈ, ਤੇ ਐਂ ਹੁਣ ਇਹ ਆਪਾਂ ਕਰ ਰਹੇ ਹਾਂ ਪ੍ਰੈਜ਼ੀਡੈਂਟ ਦੀ oath ਦੀ ਗੱਲ। ਸਟੇਟ ਦੇ ਵਿੱਚ ਕੀ ਹੁੰਦਾ? ਪ੍ਰੈਜ਼ੀਡੈਂਟ ਦੇ ਪੈਰਲਲ ਗਵਰਨਰ। ਤੇ ਗਵਰਨਰ ਨੂੰ ਜਿਹੜੀ ਸਹੁੰ ਆ ਉਹ ਕੌਣ ਚੁਕਾਉਂਦਾ? ਚੀਫ ਜਸਟਿਸ ਆਫ ਹਾਈ ਕੋਰਟ। ਇਹ ਚੀਫ ਜਸਟਿਸ ਆਫ ਇੰਡੀਆ ਜਾਂ ਚੀਫ ਜਸਟਿਸ ਆਫ ਸੁਪਰੀਮ ਕੋਰਟ ਕਹਿ ਦਿੰਦੇ ਇਹਨੂੰ। ਠੀਕ ਹੈ, ਤੇ ਗਵਰਨਰ ਨੂੰ ਸਹੁੰ ਕੌਣ ਚੁਕਾਉਂਦਾ? ਬੋਲੋ। ਹਾਈ ਕੋਰਟ। ਠੀਕ ਹੈ, ਹੁਣ ਅਸਲ 'ਚ ਇਹ ਹੈ ਵੀ ਇਹ ਕੁਐਸਚਨ ਤੇ ਆਮ ਹੀ ਜਨਤਾ ਉਲਝ ਜਾਂਦੀ ਹੈ ਵੀ ਸਹੁੰ ਚੁਕਾਉਣ ਵਾਲੇ ਦੇ, ਕਿਉਂਕਿ ਕਾਰਨ ਵੀ ਜਦੋਂ ਹੁਣ ਗਵਰਨਰ ਆ, ਗਵਰਨਰ ਨੂੰ ਲਾਉਂਦਾ ਤਾਂ ਪ੍ਰੈਜ਼ੀਡੈਂਟ ਆ। ਗਵਰਨਰ ਦੀ ਅਪਾਇੰਟਮੈਂਟ ਕੌਣ ਕਰਦਾ? ਪ੍ਰੈਜ਼ੀਡੈਂਟ। ਵੀ ਜਿਵੇਂ ਹੁਣ ਪੰਜਾਬ ਦਾ ਗਵਰਨਰ ਆ VP ਸਿੰਘ ਬਦਨੌਰ ਆ ਆਪਣਾ ਪੰਜਾਬ ਦਾ। ਠੀਕ ਹੈ, ਹੁਣ ਉਹ VP ਸਿੰਘ ਬਦਨੌਰ ਪੰਜਾਬ ਦਾ ਗਵਰਨਰ ਕਿਵੇਂ ਬਣਿਆ? ਉਹਦੀਆਂ ਕਿਹੜਾ ਵੋਟਾਂ ਪਈਆਂ? ਕਿਵੇਂ ਨਹੀਂ ਬਣਿਆ? ਉਹ ਸਿੱਧਾ ਹੀ ਪ੍ਰੈਜ਼ੀਡੈਂਟ ਨੇ ਉਹਨੂੰ ਅਪਾਇੰਟ ਕੀਤਾ ਹੈ। ਸਾਰੀਆਂ ਸਟੇਟਾਂ 'ਚ ਉਹੀ ਲਾਉਂਦਾ? ਸਾਰੀਆਂ ਸਟੇਟਾਂ 'ਚ ਪ੍ਰੈਜ਼ੀਡੈਂਟ ਹੀ ਲਾਉਂਦਾ। ਪਰ ਉਹਨਾਂ ਨੂੰ ਸਹੁੰ ਕੌਣ ਚੁਕਾਉਂਦਾ? VP ਸਿੰਘ ਬਦਨੌਰ ਨੂੰ ਲਾ ਤਾਂ ਦਿੱਤਾ ਕੋਵਿੰਦ ਸਾਹਿਬ ਨੇ, ਹਨਾ, ਮੋਦੀ ਦੀ ਰਾਇ ਤੇ। ਵੀ ਮੋਦੀ ਨੇ ਕਿਹਾ, ਮੋਦੀ ਨੇ ਕੋਵਿੰਦ ਨੂੰ ਕਿਹਾ ਵੀ ਆਪਾਂ ਉਹ ਬੰਦੇ ਨੂੰ ਲਾਉਣਾ, ਉਹ ਆਂਦੇ ਜੀ ਲਾ ਦਿਓ। ਉਹਨੇ ਕਰਤੇ ਸੈਨ। ਨਾ ਤਾਂ ਰਾਈਟਰ ਪੇਜ ਤੇ ਚੱਲਣਾ, ਪਰ ਪਿੱਛੇ ਮਾਈਂਡ ਕਿਹਦਾ? ਮਾਈਂਡ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ ਤੇ ਉਹਦੀ ਕਾਉਂਸਲ ਆਫ ਮਿਨਿਸਟਰ ਦਾ ਹੁੰਦਾ। ਠੀਕ ਹੈ, ਸੋ ਹੁਣ ਇੱਥੇ ਆਪਣੇ ਜਿਹੜਾ VP ਸਿੰਘ ਬਦਨੌਰ ਲੱਗ ਗਿਆ, ਆ ਗਿਆ ਵੀ ਇਹਨੂੰ ਪੁਆਇੰਟ ਕਰਤਾ, ਹਨਾ। ਹੁਣ ਉਹਨੇ ਜਦੋਂ ਆਫਿਸ ਆਫ ਦਾ ਜੁਆਇਨ ਕਰਨਾ ਸੀ, ਉਦੋਂ ਪਹਿਲਾਂ ਉਹਨੇ ਕੀ ਚੱਕਣੀ ਸੀ? ਸਹੁੰ। ਤੇ ਸਹੁੰ ਵਾਲਾ ਜਿਹੜਾ ਸਮਾਗਮ ਸੀ, ਸਹੁੰ ਚੁੱਕ ਸਮਾਗਮ,
ਉਹ ਕੌਣ ਅੱਗੇ ਅੱਗੇ, ਜੇ ਤੁਸੀਂ ਨਾ ਧਿਆਨ ਨਾਲ ਵੇਖਿਆ ਹੋਵੇ ਸਹੁੰ ਚੁੱਕ ਸਮਾਗਮ ਨੂੰ, ਤੇ ਉਹਦੇ ਚ ਕੀ ਹੁੰਦਾ ਵੀ ਇੱਕ ਬੰਦਾ ਅੱਗੇ ਅੱਗੇ ਬੋਲਦਾ ਹੁੰਦਾ ਤੇ ਦੂਜਾ ਬੰਦਾ ਜਿਹੜੇ ਨੇ ਸਹੁੰ ਚੱਕਣੀ ਹੁੰਦੀ ਉਹਦੇ ਪਿੱਛੇ ਪਿੱਛੇ ਬੋਲਦਾ ਹੁੰਦਾ। ਹਾਂ ਜੇ ਨਹੀਂ ਵੇਖਿਆ ਤਾਂ ਵੇਖ ਲਿਓ ਜੀ ਵੀਡੀਓ, ਠੀਕ ਹੈ। ਸੋ ਉਹ ਜਿਹੜਾ ਅੱਗੇ ਅੱਗੇ ਬੋਲਣ ਵਾਲਾ ਬੰਦਾ ਹੋਊਗਾ, ਪ੍ਰੈਜ਼ੀਡੈਂਟ ਦੇ ਕੇਸ 'ਚ ਕੌਣ ਸੀਗਾ? ਚੀਫ ਜਸਟਿਸ ਆਫ ਇੰਡੀਆ। ਤੇ ਗਵਰਨਰ ਦੇ ਕੇਸ 'ਚ ਉਹ ਕੌਣ ਹੋਊਗਾ? ਚੀਫ ਜਸਟਿਸ ਆਫ ਹਾਈ ਕੋਰਟ, ਹਾਈ ਕੋਰਟ। ਸਹੁੰ ਚੁਕਾਉਣ ਵਾਲਾ। ਪਰ ਜੇ ਅਪੁਆਇੰਟਮੈਂਟ ਆ ਗਿਆ ਵੀ ਗਵਰਨਰ ਨੂੰ ਅਪੁਆਇੰਟ ਕਿਹਨੇ ਕੀਤਾ? ਉਹ ਪ੍ਰੈਜ਼ੀਡੈਂਟ ਆ। ਪਰ ਓਥ ਕਿਹਨੇ ਚੁਕਾਈ ਆ? ਉਹ ਚੁਕਾਈ ਆ ਚੀਫ ਜਸਟਿਸ ਆਫ ਹਾਈ ਕੋਰਟ ਨੇ। ਸਮਝ ਲੱਗ ਗਈ ਕਿ ਨਹੀਂ ਲੱਗੀ? ਲੱਗ ਸੋ ਇਹ ਬਹੁਤ ਇੰਪੋਰਟੈਂਟ ਚੀਜ਼ ਸੀਗੀ, ਇਹ ਕੁਐਸਚਨ ਆਉਂਦਾ ਪੇਪਰ 'ਚ, ਠੀਕ ਹੈ। ਠੀਕ ਹੈ। ਫਿਰ ਅੱਗੇ ਆ ਦਿੱਤੇ ਹੋਏ ਆ ਵੀ ਪ੍ਰੈਜ਼ੀਡੈਂਟਸ ਆਫ ਇੰਡੀਆ ਕਿਹੜੇ ਕਿਹੜੇ ਰਹੇ ਆ, ਠੀਕ ਹੈ। ਇਹ ਕਰਨੇ ਜ਼ਿਆਦਾ ਇਹ ਬਾਅਦ ਦੇ ਵਿੱਚ ਕਰਾਂਗੇ ਆਪਾਂ, ਹੁਣ ਅੱਗੇ ਆ ਜਾਓ ਟਰਮ ਆਫ ਪ੍ਰੈਜ਼ੀਡੈਂਟ ਤੇ। ਟਰਮ ਆਫ ਪ੍ਰੈਜ਼ੀਡੈਂਟ ਅੰਡਰ ਆਰਟੀਕਲ 56, ਠੀਕ ਹੈ। ਦ ਪ੍ਰੈਜ਼ੀਡੈਂਟ ਸ਼ੈਲ ਹੋਲਡ ਆਫਿਸ ਫਾਰ ਅ ਟਰਮ ਆਫ ਕਿੰਨੇ ਈਅਰ? 5 years। ਤੇ 5 ਸਾਲ ਕਿਦਾਂ ਤੋਂ ਕਾਊਂਟ ਹੋਣਗੇ? ਫਰੋਮ ਦਾ ਡੇਟ ਔਨ ਵਿਚ ਹੀ ਐਂਟਰਸ ਅਪਨ ਦਾ ਆਫਿਸ। ਜੇ ਮੈਂ ਅੱਜ ਹੁਣ ਮੰਨ ਕੇ ਚਲੋ ਵੋਟਾਂ ਤਾਂ ਪੈ ਗਈਆਂ ਪ੍ਰੈਜ਼ੀਡੈਂਟ ਦੀਆਂ, ਮੰਨ ਕੇ ਚੱਲੋ ਅੱਜ ਕਿੰਨੀ ਤਰੀਕ ਹੈ? 20 ਅੱਜ 20 ਤਰੀਕ ਹੈ ਨਾ। ਅੱਜ ਵੋਟਾਂ ਪ੍ਰੈਜ਼ੀਡੈਂਟ ਦੀਆਂ, ਪ੍ਰੈਜ਼ੀਡੈਂਟ ਜਿੱਤ ਗਿਆ ਵੋਟਾਂ 'ਚ। ਵੈਸੇ ਤਾਂ ਪ੍ਰੈਜ਼ੀਡੈਂਟ ਉਹ ਇੱਕ ਹਿਸਾਬ ਦਾ ਤਾਂ ਬਣ ਗਿਆ ਨਾ ਅੱਜ ਹੀ, ਹਨਾ? ਸਮਝ ਲੱਗੀ ਕਿ ਨਹੀਂ? ਹਾਂ ਠੀਕ ਹੈ। ਪਰ ਆਪਾਂ ਕਿਹਾ ਵੀ ਉਹਦੀ ਜੁਆਇਨਿੰਗ ਹੋਣੀ ਹੈ ਜੀ 1 ਤਰੀਕ ਨੂੰ, ਠੀਕ ਹੈ। ਫਿਰ 5 ਸਾਲ ਅੱਜ ਤੋਂ ਗਿਣੇ ਜਾਣਗੇ ਕਿ 1 ਤਰੀਕ ਤੋਂ ਗਿਣੇ ਜਾਣਗੇ? ਆਫਿਸ ਉਹਨੇ ਜੁਆਇਨ ਕਰਨਾ 1 ਤਰੀਕ ਨੂੰ। 1 ਤਰੀਕ ਤੋਂ 1 ਤਰੀਕ ਵੀ ਜਿੱਦਣ ਉਹ ਆਫਿਸ ਜੁਆਇਨ ਕਰੂਗਾ। ਜੇ ਹੁਣ ਅਸੀਂ ਉਹਦੇ ਤੇ ਸੀਗਾ ਕੇਸ ਬਈ ਉਹ ਜਿਹੜੀ ਉਹਦੀ ਪਾਰਲੀਮੈਂਟ ਦੀ ਸੀਟ ਆ, ਜੇ ਉਹ MP ਆ ਮੰਨ ਲਓ, ਹਨਾ, ਉਹਦੀ ਸੀਟ ਕਿੱਦਣ ਵਿਕੇਟ ਹੋਊਗੀ? 20 ਤਰੀਕ ਨੂੰ ਕਿ 1 ਤਰੀਕ ਨੂੰ? 1 ਨੂੰ। 1 ਨੂੰ, ਜਿੱਦਣ ਉਹਨੇ ਆਫਿਸ ਜੁਆਇਨ ਕਰਨਾ ਉਦੋਂ। ਸਮਝ ਲੱਗੀ ਨਾ? ਕਲੀਅਰ ਹੈ ਨਾ ਗੱਲ? ਹਾਂ ਠੀਕ ਆ ਗੁਰਭੇਜ ਤੇਜ? ਹਾਂ ਬਈ ਹਾਂ ਬਈ ਕਲੀਅਰ ਹੈ ਆਵਾਜ਼ ਨਹੀਂ ਆਉਂਦੀ ਗੀ? ਓਕੇ ਹੈ? ਹਾਂ ਬਈ ਹਾਂ ਬਈ। ਚਲੋ ਹੁਣ ਅੱਗੇ ਕੀ ਲਿਖਿਆ? ਹੀ ਮੇ ਰਿਜ਼ਾਈਨ ਫਰੋਮ ਹਿਜ਼ ਆਫਿਸ। ਹੁਣ ਵੇਖੋ ਵੈਸੇ ਤਾਂ ਉਹਦੀ ਸਾਲ ਆ, ਉਹਦੀ ਜਿਹੜੀ ਟਰਮ ਆ ਕਿੰਨੇ ਸਾਲ ਆ? 5 ਸਾਲ। ਪਰ ਤੁਸੀਂ ਹੁਣ ਇਹ ਥੋੜਾ ਵੀ ਉਹਨੇ ਪ੍ਰੈਜ਼ੀਡੈਂਟ ਬਣ ਗਿਆ ਤੇ ਹਨਾ ਫਾਹਾ ਹੀ ਲੈਣਾ ਵੀ ਜੇ ਉਹਨੂੰ ਲੱਗਦਾ ਵੀ ਮੈਨੂੰ ਯਾਰ ਪ੍ਰੈਜ਼ੀਡੈਂਟ ਵਾਲਾ ਕੰਮ ਨਹੀਂ ਸੂਟ ਕਰਦਾ, ਹਨਾ, ਜਾਂ ਉਹਦੀ ਕੋਈ ਘਰੇ ਮਜਬੂਰੀ ਬਣ ਗਈ, ਉਹ ਰਿਜ਼ਾਈਨ ਵੀ ਦੇ ਸਕਦਾ, 5 ਸਾਲਾਂ ਤੋਂ ਪਹਿਲਾਂ ਵੀ ਦੇ ਸਕਦਾ। ਐਂ ਨਹੀਂ ਵੀ ਤੈਨੂੰ ਕਹਿ ਵੀ ਉਹ ਕੋਈ ਪ੍ਰੈਜ਼ੀਡੈਂਟ ਬਣ ਗਿਆ ਤੇ ਉਹਨੂੰ ਕਹਿਣਾ ਵੀ ਤੈਨੂੰ 5 ਸਾਲ ਤੋਂ ਰਹਿਣਾ ਹੀ ਪਊਗਾ, ਤੂੰ ਬਣ ਗਿਆ ਇੱਕ ਵਾਰੀ, ਤੈਨੂੰ ਹੁਣ ਨਹੀਂ ਛੱਡ ਸਕਦਾ ਹੈਗਾ। ਐਂ ਨਹੀਂ ਗਾ ਹਨਾ ਵੀ ਭਾਈ ਤੁਸੀਂ ਜੇ ਤੁਹਾਡਾ ਨਹੀਂ ਜੀ ਕਰਦਾ ਤੁਸੀਂ ਰਿਜ਼ਾਈਨ ਦੇ ਦਿਓ। ਤੇ ਰਿਜ਼ਾਈਨ ਕਿਹਨੂੰ ਦੇਊਗਾ? ਉਹ ਵਾਈਸ ਪ੍ਰੈਜ਼ੀਡੈਂਟ। ਹੀ ਮੇ ਰਿਜ਼ਾਈਨ ਫਰੋਮ ਹਿਜ਼ ਆਫਿਸ ਬਾਈ ਰਾਈਟਿੰਗ ਅੰਡਰ ਹਿਜ਼ ਹੈਂਡ ਐਡਰੈਸ ਟੂ ਦਾ ਵਾਈਸ ਪ੍ਰੈਜ਼ੀਡੈਂਟ। ਹੁਣ ਇੱਥੇ ਦੇਖੋ 2 ਕੁਐਸਚਨ ਜਿਹੜੇ ਤੁਸੀਂ ਕਲੀਅਰ ਕਰਨੇ ਆਪਦੇ ਆਪ ਨੂੰ। ਜੇ ਓਥ ਦੀ ਗੱਲ ਆ, ਪ੍ਰੈਜ਼ੀਡੈਂਟ ਨੂੰ ਓਥ ਕਿਹਨੇ ਚੁਕਾਉਣੀ ਹੈ? ਚੀਫ ਜਸਟਿਸ ਸੁਪਰੀਮ ਕੋਰਟ। ਚੀਫ ਜਸਟਿਸ ਆਫ ਸੁਪਰੀਮ ਕੋਰਟ ਜਾਂ ਚੀਫ ਜਸਟਿਸ ਆਫ ਇੰਡੀਆ ਕਹਿ ਲਓ, ਠੀਕ ਹੈ। ਤੇ ਜੇ ਉਹਨੇ ਰਾਸ਼ਟਰਪਤੀ ਨੇ ਆਪਦਾ ਰਿਜ਼ਾਈਨ ਦੇਣਾ, ਉਹ ਕਿਹੜੇ ਬੰਦੇ ਨੂੰ ਦੇਊਗਾ? ਚੀਫ ਜਸਟਿਸ ਆਫ ਸੁਪਰੀਮ ਕੋਰਟ ਨੂੰ ਦੇਊਗਾ ਕਿ ਵਾਈਸ ਪ੍ਰੈਜ਼ੀਡੈਂਟ ਨੂੰ ਦੇਊਗਾ? ਵਾਈਸ ਪ੍ਰੈਜ਼ੀਡੈਂਟ ਨੂੰ। ਗੱਲ ਸਮਝ ਲੱਗੀ ਨਾ? ਰਿਜ਼ਾਈਨ ਦੇਣਾ ਹੋਰ ਚੀਜ਼ ਹੋ ਗਈ, ਓਥ ਹੋਰ ਚੀਜ਼ ਆ। ਓਥ ਉਹਨੂੰ ਚੁਕਾਊਗਾ ਸੁਪਰੀਮ ਕੋਰਟ ਦਾ ਚੀਫ ਜਸਟਿਸ। ਰਿਜ਼ਾਈਨ ਉਹਨੇ ਕਿਹਨੂੰ ਦੇਣਾ ਆਪਦਾ? ਜਦੋਂ ਉਹਨੇ ਕਹਿਤਾ ਵੀ ਮੈਂ ਰਿਜ਼ਾਈਨ ਦਿੰਦਾ ਜੀ, ਉਹ ਲੈਟਰ ਜਾਂ ਕਰਕੇ ਸਾਈਨ ਤੇ ਕਿਹਨੂੰ ਫੜਾ ਕੇ ਆਊਗਾ? ਵਾਈਸ ਪ੍ਰੈਜ਼ੀਡੈਂਟ ਨੂੰ। ਸਮਝ ਲੱਗ ਗਈ? ਹਾਂ ਆਵਾਜ਼ ਘੱਟ ਵੱਧ ਹੁੰਦੀ ਬਈ ਵਿੱਚ ਕਦੇ ਕਦੇ। ਵਾਈਸ ਪ੍ਰੈਜ਼ੀਡੈਂਟ ਕੌਣ ਆਪਣਾ ਇਸ ਵਕਤ? ਵੈਂਕਈਆ ਨਾਇਡੂ। ਤੋਂ ਕੋਵਿੰਦ ਸਾਹਿਬ ਜਾਣਗੇ ਹਨਾ ਆਪਦੀ ਉਹ ਕਾਲੀ ਜੀ ਗੱਡੀ 'ਚ ਤੇ ਜਾ ਕੇ ਤੇ ਉਹਨੂੰ ਕਹਿ ਦੇਣਗੇ ਵੀ ਆਹ ਚੱਕੋ ਜੀ, ਮੈਨੂੰ ਕਰੋ ਰਿਲੀਵ, ਠੀਕ ਹੈ। ਹੁਣ ਇੱਕ ਤਾਂ ਉਹ ਰਿਜ਼ਾਈਨ ਕਰ ਸਕਦਾ। ਹੁਣ ਦੂਜਾ ਕੀ ਹੈ? ਇੰਪੀਚਮੈਂਟ ਆਫ ਦਾ ਪ੍ਰੈਜ਼ੀਡੈਂਟ। ਇਹ ਬਹੁਤ ਇੰਪੋਰਟੈਂਟ ਆ। ਇੰਪੀਚਮੈਂਟ ਆਫ ਦਾ ਪ੍ਰੈਜ਼ੀਡੈਂਟ ਦਾ ਤੁਸੀਂ ਆਰਟੀਕਲ ਵੀ ਯਾਦ ਰੱਖਣਾ। ਹਜੇ ਤੱਕ ਮੈਂ ਤੁਹਾਨੂੰ 2 ਹੀ ਆਰਟੀਕਲ ਯਾਦ ਰੱਖਣ ਨੂੰ ਕਿਹਾ। ਇੱਕ ਤਾਂ ਵੀ ਆਫਿਸ ਆਫ ਪ੍ਰੈਜ਼ੀਡੈਂਟ ਹਨਾ ਕਿੰਨੇ ਆਰਟੀਕਲ ਦੇ ਵਿੱਚ ਆਉਂਦਾ, ਉਹ ਆ ਆਰਟੀਕਲ 52, ਠੀਕ ਹੈ। ਬਈ ਇੰਡੀਆ ਦੇ ਵਿੱਚ ਪ੍ਰੈਜ਼ੀਡੈਂਟ ਹੋਊਗਾ, ਉਹ ਚੀਜ਼ ਕਿੱਥੇ ਲਿਖੀ ਹੈ? ਆਰਟੀਕਲ 52 ਦੇ ਵਿੱਚ।
ਠੀਕ ਹੈ। ਤੇ ਇੱਕ ਆ ਇੰਪੀਚਮੈਂਟ ਵਾਲਾ। ਇੰਪੀਚਮੈਂਟ ਹੁੰਦੀ ਆ ਵੀ ਉਹਨੂੰ ਹਨਾ ਲਾਉਣਾ, ਉਹਦੇ ਤੇ ਵੀ ਕਹਿਣ ਦਾ ਮਤਲਬ ਕਿਸੇ ਵੀ ਤਰ੍ਹਾਂ ਦਾ ਕੋਈ ਇੱਕ ਹਿਸਾਬ ਦਾ ਮੁਕੱਦਮਾ ਹੀ ਚਲਾਉਂਦੀ ਹੈ ਇਹ, ਆਪਣੀ ਪਾਰਲੀਮੈਂਟ ਮੁਕੱਦਮਾ ਚਲਾਉਂਦੀ ਹੈ ਨਾ, ਉਹਨੂੰ ਵੀ ਕਹਿਣ ਦਾ ਮਤਲਬ ਪ੍ਰੈਜ਼ੀਡੈਂਟ ਨੂੰ ਰਿਮੂਵ ਕਰਨਾ। ਇੰਪੀਚਮੈਂਟ ਤੇ ਰਿਮੂਵ ਇੱਕ ਦੂਜੇ ਦੇ ਸਿਨੋਨਿਮ ਆ, ਠੀਕ ਹੈ, ਭਾਵੇਂ ਇੱਥੇ ਰਿਮੂਵ ਕਹਿ ਲਓ ਪਰ ਪ੍ਰੈਜ਼ੀਡੈਂਟ ਵਾਸਤੇ ਉਹ ਵਰਡ ਕੀ ਯੂਜ਼ ਹੁੰਦਾ, ਇੰਪੀਚਮੈਂਟ ਹੁੰਦਾ। ਸੋ ਉਹ ਕਿਹੜਾ ਆਰਟੀਕਲ ਆ, ਆਰਟੀਕਲ 61। ਇਸ ਕੁਐਸਚਨ ਆ ਸਕਦਾ ਤੁਹਾਨੂੰ ਵੀ ਇੰਪੀਚਮੈਂਟ ਆਫ ਪ੍ਰੈਜ਼ੀਡੈਂਟ ਕਿਹੜੇ ਆਰਟੀਕਲ ਦੇ ਅਕੋਰਡਿੰਗਲੀ ਹੁੰਦੀ ਹੈ, ਆਰਟੀਕਲ 61 ਦੇ ਅੰਦਰ। ਸੋ ਅੰਡਰ ਆਰਟੀਕਲ 61 ਕੀ ਹੈ, ਪ੍ਰੈਜ਼ੀਡੈਂਟ ਕੈਨ ਬੀ ਇੰਪੀਚਡ ਫਰੋਮ ਦਾ ਆਫਿਸ ਫਾਰ ਵਾਇਓਲੇਸ਼ਨ ਆਫ ਦਾ ਕਨਸਟੀਟਿਊਸ਼ਨ। ਸਿਰਫ ਇੱਕੋ ਗੱਲ ਕਰਕੇ ਕੱਢਿਆ ਜਾ ਸਕਦਾ, ਠੀਕ ਹੈ, ਵੀ ਵਾਇਓਲੇਸ਼ਨ ਆਫ ਕਨਸਟੀਟਿਊਸ਼ਨ ਕੀਤੀ ਉਹਨੇ। ਸੋ ਵੇਖੋ ਕੀ ਕਿਵੇਂ ਕੱਢਿਆ ਜਾ ਸਕਦਾ। ਜੇ ਹੁਣ ਪ੍ਰੈਜ਼ੀਡੈਂਟ ਨੂੰ, ਗੋਬਿੰਦ ਸਾਹਿਬ ਨੂੰ ਆਪਾਂ ਉਹਦੀ ਕੁਰਸੀ ਤੋਂ ਲਾਉਣਾ ਤਾਂ ਕਿਵੇਂ ਲਾ ਸਕਦੇ ਆ। The impeachment can be initiated by either house of the parliament, ਠੀਕ ਹੈ, ਕਿਸੇ ਵੀ ਹਾਊਸ ਦੇ ਵਿੱਚ ਇੰਪੀਚਮੈਂਟ ਦੀ ਜਿਹੜੀ ਪ੍ਰੋਸੈਸ ਆ ਉਹ ਸ਼ੁਰੂ ਕੀਤੀ ਜਾ ਸਕਦੀ ਹੈ, ਭਾਵੇਂ ਲੋਕ ਸਭਾ 'ਚ ਕਰ ਲਓ ਤੇ ਭਾਵੇਂ ਕਰ ਲਓ ਰਾਜ ਸਭਾ 'ਚ। ਕਲੀਅਰ ਹੈ? ਹਾਂ ਜੇ ਮੈਂ ਕਹਦਾ ਵੀ ਇੰਪੀਚਮੈਂਟ ਦੀ ਪ੍ਰੋਸੈਸ ਲੋਕ ਸਭਾ 'ਚ ਤੋਂ ਹੀ ਸਟਾਰਟ ਹੋਣੀ ਚਾਹੀਦੀ ਹੈ, ਇਹ ਸਹੀ ਹੈ ਮੇਰੀ ਸਟੇਟਮੈਂਟ ਕਿ ਗਲਤ ਹੈ? ਗਲਤ ਹੈ ਬਾਈ। ਗਲਤ ਹੈ, ਕਿਉਂਕਿ ਮੈਂ ਕਹੀ ਜਾਂਦਾ ਬੇਕਲੀ ਲੋਕ ਸਭਾ 'ਚ ਸਟਾਰਟ ਹੋਣੀ ਚਾਹੀਦੀ ਹੈ, ਉਹ ਤਾਂ ਕਿਸੇ 'ਚੋਂ ਵੀ ਹੋ ਸਕਦੀ ਹੈ, ਠੀਕ ਹੈ। ਜੇ ਮੈਂ ਦੂਜੇ ਸ਼ਬਦਾਂ 'ਚ ਕਹਾਂ ਵੀ ਇੰਪੀਚਮੈਂਟ ਪ੍ਰੋਸੈਸ ਕਿਸੇ ਵੀ ਹਾਊਸ ਤੋਂ ਸਟਾਰਟ ਹੋ ਸਕਦੀ ਹੈ, ਇਹ ਤਾਂ ਠੀਕ ਹੈ ਕਿ ਗਲਤ ਹੈ? ਠੀਕ ਹੈ ਬਈ। ਹਾਂ। ਸੋ ਦੂਜਾ ਪੁਆਇੰਟ ਕੀ ਹੈ, these charges should be signed by 1/4 members of the house। ਪਹਿਲੀ ਗੱਲ, ਠੀਕ ਹੈ, ਵੀ ਜਿਹੜੇ ਹੁਣ ਚਾਰजेस ਉੱਤੇ ਲਾਏ ਆ, ਚਾਰਜ ਕਿਹੜਾ ਲਾਇਆ ਉਹਦੇ ਤੇ, ਦੋਸ਼ ਕਿਹੜਾ ਲੱਗਿਆ ਪ੍ਰੈਜ਼ੀਡੈਂਟ ਤੇ, ਵੀ ਉਹਨੇ ਵਾਇਓਲੇਸ਼ਨ ਕੀਤੀ ਹੈ ਕਨਸਟੀਟਿਊਸ਼ਨ ਦੀ ਉਲੰਘਣਾ ਕੀਤੀ ਹੈ। ਕਿਹੜੇ ਚਾਰਜ ਦੇ ਆਧਾਰ ਤੇ ਉਹ ਲਾਇਆ ਜਾ ਸਕਦਾ? ਹੋਰ ਤਾਂ ਕੋਈ ਚਾਰਜ ਮਰਜੀ ਉਹਨੂੰ ਕਹਿ ਦੇਣ ਵੀ ਇਹਨੇ ਬੰਦਾ ਮਾਰਤਾ ਪ੍ਰੈਜ਼ੀਡੈਂਟ ਨੇ, ਜਾਂ ਕੋਈ ਵੀ, ਉਹ ਤੇ ਕੇਸ ਹੀ ਨਹੀਂ ਚੱਲਦਾ ਜਿੰਨਾ ਟਾਈਮ ਪ੍ਰੈਜ਼ੀਡੈਂਟ ਰਹਿੰਦਾ ਨਾ, ਜਿਹੜਾ ਕ੍ਰਿਮੀਨਲ ਪ੍ਰੋਸੀਡਿੰਗ ਉਹਨਾਂ ਤੇ ਚੱਲਦੀ ਹੀ ਨਹੀਂ ਉਹਨਾਂ ਟਾਈਮ। ਸਿਰਫ ਇੱਕੋ ਤੁਹਾਨੂੰ ਦੱਸੀ ਆ ਨਾ ਵੀ ਸਿਰਫ ਇੱਕ ਕਾਰਨ ਹੀ ਆ ਵੀ ਜਿਹਦੇ ਕਰਕੇ ਪ੍ਰੈਜ਼ੀਡੈਂਟ ਨੂੰ ਆਪਾਂ ਕਹਿ ਸਕਦੇ ਹਾਂ ਵੀ ਤੂੰ ਬਈ ਸੀਟ ਤੋਂ ਉੱਤਰ, ਉਹ ਕੀ ਆ, ਵਾਇਓਲੇਸ਼ਨ ਆਫ ਦਾ ਕਨਸਟੀਟਿਊਸ਼ਨ, ਬਸ। ਸੋ ਉਹ ਜਿਹੜਾ ਚਾਰਜ ਲਾਇਆ, ਉਹ ਜਿਹੜਾ ਦੋਸ਼ ਲੱਗਿਆ ਉੱਤੇ, ਹਨਾ, ਕਾਹਦਾ ਲੱਗਿਆ, ਕਾਹਦਾ ਦੋਸ਼ ਲੱਗਿਆ ਬਈ? ਵਾਕਾ ਕਨਸਟੀਟਿਊਸ਼ਨ ਦਾ ਵਾਇਓਲੈਂਸ। ਵਾਇਓਲੇਸ਼ਨ, ਵਾਇਓਲੈਂਸ ਨਹੀਂ, ਵਾਇਓਲੇਸ਼ਨ ਹੁੰਦੀ ਹੈ ਉਲੰਘਣਾ, ਵਾਇਓਲੈਂਸ ਹੁੰਦੀ ਹੈ ਹਿੰਸਾ। ਨਹੀਂ ਬਾਈ, ਜੇ ਉਹਨੇ ਬੰਦਾ ਮਾਰਤਾ ਨਾ, ਹਾਂ, ਤੇ ਇਹ ਵੀ ਤਾਂ ਆਪਾਂ ਉਹਨੂੰ ਪਰਸਨਲ ਲਿਬਰਟੀ ਵਾਲੇ 21 ਲਾ ਕੇ, ਉਹ ਵੀ ਆਰਟੀਕਲ 21 ਲਾ ਕੇ ਕਰ ਹੀ ਸਕਦੇ ਆ। ਕਰ ਸਕਦੇ ਆ, ਠੀਕ ਆ ਬਈ, ਤੂੰ ਹਾਂ ਦੀ ਵਿੱਚ ਰੱਖ ਉਲੰਘਣਾ ਸਕਦਾ ਕਨਸਟੀਟਿਊਸ਼ਨ ਦੀ ਉਹਦੀ ਲਾਈਫ ਸੀ, ਹਨਾ। ਠੀਕ ਆ, ਪਰ ਅਸਲ ਦੇ ਵਿੱਚ ਗੱਲ ਇਹ ਹੈ ਨਾ ਵੀ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਇਹ ਵੀ ਗੱਲ ਲਿਖੀ ਹੋਈ ਹੈ ਨਾ ਵੀ ਕ੍ਰਿਮੀਨਲ ਪ੍ਰੋਸੀਡਿੰਗ ਰਾਸ਼ਟਰਪਤੀ ਦੇ ਰਹਿੰਦਿਆਂ ਉਹਦੇ ਤੇ ਨਹੀਂ ਚਲਾਈਆਂ ਜਾ ਸਕਦੀਆਂ, ਉਦੋਂ ਬਾਅਦ ਦੇ ਚਲਾਈਆਂ ਜਾ ਸਕਦੀਆਂ ਜਦੋਂ ਰਾਸ਼ਟਰਪਤੀ ਉਹਦਾ 5 ਸਾਲ ਪੂਰੇ ਹੋ ਗਏ ਨਾ, ਵੀ ਭਾਵੇਂ ਉਹਨੇ ਬੰਦਾ ਮਾਰ ਹੀ ਦਿੱਤਾ ਪਰ ਉਹਨਾਂ ਟਾਈਮ ਨਹੀਂ, ਉੱਤੇ 5 ਸਾਲ ਨਹੀਂ ਉਹ ਕੇਸ ਚੱਲਣਾਗਾ, ਜਿੰਨਾ ਟਾਈਮ ਰਹੂਗਾ, ਕਿਉਂਕਿ ਉਹ ਕ੍ਰਿਮੀਨਲ ਪ੍ਰੋਸੀਡਿੰਗ ਆ ਨਾ। ਵੇਖੋ ਦੋ ਤਰ੍ਹਾਂ ਦੇ ਕੇਸ ਹੁੰਦੇ, ਇੱਕ ਸਿਵਲ ਕੇਸ ਹੁੰਦੇ, ਇੱਕ ਕ੍ਰਿਮੀਨਲ ਹੁੰਦੇ, ਠੀਕ ਹੈ। ਸੋ ਉਹ ਕ੍ਰਿਮੀਨਲ ਨਹੀਂ ਚਲਾਈ ਜਾ ਸਕਦੀ। ਸੋ ਮੇਨ ਆਪਾਂ ਇੱਥੇ ਆਈਏ ਇੱਕ ਵਾਰੀ, these charges should be signed by 1/4 members of the house। ਜਿਹੜੇ ਹਾਊਸ ਦੇ ਵਿੱਚ ਆਪਾਂ ਵੋਟਾਂ ਪੈ ਰਹੀਆਂ ਹਨਾ, ਜਿਹੜੇ 'ਚ ਆਪਾਂ ਵੀ ਪ੍ਰੋਸੈਸ ਸਟਾਰਟ ਕੀਤੀ ਹੈ ਇੰਪੀਚਮੈਂਟ ਦੀ, ਠੀਕ ਹੈ, ਉਹ ਐ ਨਹੀਂ ਵੀ ਇੱਕ ਬੰਦਾ ਚੱਕ ਕੇ ਕਹਿ ਦੂਗਾ ਵੀ ਵੇਖੋ ਜੀ ਉਹਨੇ ਪ੍ਰੈਜ਼ੀਡੈਂਟ ਨੇ ਕਨਸਟੀਟਿਊਸ਼ਨ ਦੀ ਵਾਇਓਲੇਸ਼ਨ ਕਰਤੀ। ਘੱਟੋ ਘੱਟ ਚੌਥਾ ਹਿੱਸਾ ਜਿਹੜੇ ਮੈਂਬਰ ਆ ਹਨਾ, ਉਹਨਾਂ ਨੂੰ ਸਾਈਨ ਕਰਨੇ ਚਾਹੀਦੇ ਵੀ ਹਾਂ ਵੀ ਇਹ ਵਾਕਿਆ ਅਸੀਂ ਮੰਨਦੇ ਹਾਂ। ਜਿਵੇਂ ਹੁਣ 250 ਦਾ ਚੌਥਾ ਹਿੱਸਾ ਕਿੰਨਾ ਬਣੂਗਾ ਬਈ? ਤਕਰੀਬਨ 63-64 ਮੈਂਬਰ ਬਣਦੇ ਆ, ਠੀਕ ਹੈ। ਸੋ ਉਹ 63-64 ਮੈਂਬਰ ਜਿਹੜੇ ਆ ਉਹ ਕਹਿਣਗੇ ਵੀ ਹਾਂ ਵੀ ਅਸੀਂ ਵੀ ਇਹ ਗੱਲ ਮੰਨਦੇ ਹਾਂ, ਅਸੀਂ ਸਾਰੇ ਇਹ ਗੱਲ ਮੰਨਦੇ ਹਾਂ ਵੀ ਪ੍ਰੈਜ਼ੀਡੈਂਟ ਨੇ ਕਨਸਟੀਟਿਊਸ਼ਨ ਦੀ ਵਾਇਓਲੇਸ਼ਨ ਕੀਤੀ ਹੈ, ਠੀਕ ਹੈ। ਤੇ ਉਦੋਂ ਬਾਅਦ ਚ ਕੀ ਹੋਊਗਾ ਵੀ ਜੇ ਉਹ 64 ਬੰਦਿਆਂ ਨੇ ਕਰਕੇ ਸਾਈਨ ਤੇ ਉਹ ਕਰਤਾ ਤੇ ਉਹ ਪ੍ਰੋਸੈਸ ਸਟਾਰਟ ਹੋ ਜੂਗੀ ਹਨਾ, ਪਰ ਨਾਲ ਹਨਾ ਉਹਨੂੰ 14 ਦਿਨਾਂ ਦਾ ਪਹਿਲਾਂ ਟਾਈਮ ਮਿਲੂਗਾ ਪ੍ਰੈਜ਼ੀਡੈਂਟ ਨੂੰ। ਉਹ ਜੇ ਉਹਨਾਂ ਨੇ ਸਾਰਿਆਂ ਨੇ ਸਾਈਨ ਕਰਕੇ ਫੜਾ ਵੀ ਦਿੱਤੇ ਕਿਸੇ ਵੀ ਹਾਊਸ ਦੇ ਵਿੱਚ, ਫਿਰ ਵੀ ਨਾਲ ਦੀ ਨਾਲ ਇੰਪੀਚਮੈਂਟ ਪ੍ਰੋਸੈਸ ਨਹੀਂ ਸਟਾਰਟ ਹੋਣੀ। ਪ੍ਰੈਜ਼ੀਡੈਂਟ ਨੂੰ 14 ਦਿਨਾਂ ਦਾ ਪਹਿਲਾਂ ਐਡਵਾਂਸ ਨੋਟਿਸ ਦੇਣਗੇ ਵੀ ਹਾਂ ਵੀ ਤੁਹਾਡੇ ਤੇ ਬਈ ਇੰਨੀ ਤਰੀਕ ਤੋਂ ਇੰਪੀਚਮੈਂਟ ਪ੍ਰੋਸੈਸ ਸਟਾਰਟ ਹੋ ਰਹੀ ਹੈ, ਸਮਝ ਲੱਗ ਗਈ? And a 14 days advance notice should be given to the president
after the impeachment motion is passed by the majority of the 2/3 of the total membership of the house, it is sent to the other house which should investigate the charges. ਧਿਆਨ ਨਾਲ ਇਹ ਮੈਂ ਤੁਹਾਨੂੰ ਕਹੀ ਜਾਂਦਾ ਵੀ ਇੰਪੀਚਮੈਂਟ ਜਿਹੜਾ ਵੈਰੀ ਇੰਪੋਰਟੈਂਟ ਆ, ਇਹਨੂੰ ਚੰਗੀ ਤਰ੍ਹਾਂ ਸਮਝਣਾ ਆਪਾਂ। ਠੀਕ ਹੈ, ਗੱਲ ਕੁਛ ਨਹੀਂ ਵੀ ਪਹਿਲੀ ਗੱਲ ਤਾਂ ਕੌਂਸਟੀਟਿਊ ਆਪਣੇ ਪ੍ਰੈਜ਼ੀਡੈਂਟ ਨੂੰ ਕਿਵੇਂ ਲਾਇਆ ਜਾ ਸਕਦਾ, ਦੱਸੋ ਕਿਵੇਂ ਲਾਇਆ ਜਾ ਸਕਦਾ, ਕਿਹੜਾ ਚਾਰਜ ਦੇ ਆਧਾਰ ਤੇ, ਬੋਲੋ। ਜੇ ਕਨਸਟੀਟਿਊਸ਼ਨ ਦੀ ਵਾਇਓਲੈਂਸ ਕਰਦਾ ਯਾਰ ਫੇਰ ਤੂੰ ਵਾਇਓਲੈਂਸ ਬੋਲੀ ਜਾਂਦਾ, ਤੈਨੂੰ ਮੈਂ ਹੁਣੇ ਦੱਸਿਆ ਕੀ ਹੈ। ਵਾਇਓਲੇਸ਼ਨ ਠੀਕ ਹੈ, ਵਾਇਓਲੇਸ਼ਨ ਆਫ ਕਨਸਟੀਟਿਊਸ਼ਨ ਵੀ। ਠੀਕ ਹੈ, ਵਾਇਓਲੇਸ਼ਨ ਆਫ ਕਨਸਟੀਟਿਊਸ਼ਨ ਪਹਿਲੀ ਚੀਜ਼ ਹੋ ਗਈ ਹੈ ਨਾ। ਨਹੀਂ ਵਾਇਓਲੈਂਸ ਹੋਰ ਚੀਜ਼ ਹੁੰਦੀ ਬਈ। ਮੈਂ ਤੈਨੂੰ ਯਾਰ ਤੇਰਾ ਧਿਆਨ ਕਿੱਥੇ ਸੀ ਰੁਪਏ, ਮੈਂ ਹੁਣੇ ਦੱਸ ਕੇ ਗਿਆ ਤੈਨੂੰ। ਵਾਇਓਲੈਂਸ ਹਿੰਸਾ ਹੁੰਦੀ ਹੈ, ਵਾਇਓਲੇਸ਼ਨ ਉਲੰਘਣਾ ਹੁੰਦੀ ਹੈ। ਠੀਕ ਹੈ, ਮਾੜੇ ਜਿਹੇ ਕੰਨ ਖੁੱਲੇ ਰੱਖਿਆ ਕਰੋ ਆਪਦੇ। ਠੀਕ ਹੈ, these ਚਾਰजेस ਹੁਣ ਜਿਹੜੇ ਮੰਨ ਕੇ ਚਲੋ ਇਹ ਵਾਇਓਲੇਸ਼ਨ ਦੇ ਆਧਾਰ ਤੇ ਆਪਾਂ ਉਹਨੂੰ ਵਾਇਓਲੇਸ਼ਨ ਆਫ ਕਨਸਟੀਟਿਊਸ਼ਨ ਦੇ ਆਧਾਰ ਤੇ ਉਹਨੂੰ ਆਪਾਂ ਲਾ ਸਕਦੇ ਹਾਂ। ਹੁਣ ਅੱਗੇ ਕੀ ਹੈ ਵੀ ਜਿਹੜੀ ਹੁਣ ਆਪਾਂ ਲਾਉਣਾ ਉਹਨੂੰ, ਉਹ ਪ੍ਰੋਸੈਸ ਕਿੱਥੇ ਸਟਾਰਟ ਕਰਨੀ ਹੈ, ਉਹ ਕਿਸੇ ਵੀ ਹਾਊਸ 'ਚ ਹੋ ਸਕਦੀ ਹੈ, ਲੋਕ ਸਭਾ 'ਚ ਵੀ ਤੇ ਰਾਜ ਸਭਾ 'ਚ ਵੀ। ਪਰ ਉਹਨੂੰ ਸ਼ੁਰੂ ਹੋਣ ਦੇ ਲਈ ਕਿਹੜੀ ਪਹਿਲੀ ਕੰਡੀਸ਼ਨ ਮਸਟ ਹੈ, ਉਹ ਇਹ ਹੈ ਵੀ ਘੱਟੋ ਘੱਟ ਚੌਥੇ ਹਿੱਸੇ ਮੈਂਬਰ ਉਹ ਚੀਜ਼ ਦੇ ਨਾਲ ਸਹਿਮਤ ਹੋਣ, ਉਹ ਚੀਜ਼ ਤੇ ਸਾਈਨ ਕੀਤੇ ਹੋਣ ਵੀ ਹਾਂ ਵੀ ਪ੍ਰੈਜ਼ੀਡੈਂਟ ਨੇ ਕਨਸਟੀਟਿਊਸ਼ਨ ਦੀ ਵਾਇਓਲੇਸ਼ਨ ਕੀਤੀ ਹੈ। ਵੀ ਜੇ ਹੁਣ ਮੰਨ ਕੇ ਚਲੋ ਜੇ ਤਾਂ ਰਾਜ ਸਭਾ ਦੀ ਗੱਲ ਹੈ ਤੇ ਉੱਥੇ 64 ਮੈਂਬਰ ਬਣਦੇ ਆ, ਜੇ ਹੁਣ ਲੋਕ ਸਭਾ ਦੀ ਵੇਖੀਏ ਤਾਂ 545 ਦਾ ਬਣਾ ਲਓ ਚੌਥਾ ਹਿੱਸਾ, ਵੀ ਤਕਰੀਬਨ ਆਪਾਂ ਵੇਖੀਏ ਤਾਂ 115 ਕੁ ਬੰਦੇ ਬਣਨਗੇ। 115 ਕੀ ਨਾ ਸੌਰੀ 135 ਦੇ ਆਸੇ ਪਾਸੇ ਬਣਨਗੇ। ਠੀਕ ਹੈ, ਸਮਝ ਲੱਗ ਗਈ। ਸੋ ਉਨੇ ਬੰਦਿਆਂ ਦੇ ਸਾਈਨ ਹੋਣੇ ਜ਼ਰੂਰੀ ਹੈ ਹਨਾ। ਜਦੋਂ ਉਹ ਉਨੇ ਬੰਦਿਆਂ ਨੇ ਸਾਈਨ ਕਰਕੇ ਸਪੀਕਰ ਨੂੰ ਫੜਾਤੀ, ਸਪੀਕਰ ਹੀ ਹੁੰਦਾ ਨਾ ਉਹ ਵੀ ਜਦੋਂ ਹੁਣ ਹਾਊਸ ਦਾ ਤਾਂ ਮੁਖੀ, ਲੋਕ ਸਭਾ ਦਾ ਤਾਂ ਸਪੀਕਰ ਹੀ ਹੋਊਗਾ, ਉਹ ਜਿਹੜਾ ਬੈਠਾ ਹੁੰਦਾ ਆਰਡਰ ਆਰਡਰ ਆਰਡਰ, ਕੌਣ ਹੁੰਦਾ ਉਹ? ਸਪੀਕਰ। ਇਹਦੇ ਬਾਰੇ ਵੀ ਆਪਾਂ ਪੜਾਂਗੇ। ਠੀਕ ਹੈ, ਸਪੀਕਰ ਹੁੰਦਾ, ਲੀਡਰ ਆਫ ਦਾ ਹਾਊਸ ਸਪੀਕਰ ਹੀ ਹੁੰਦਾ। ਪ੍ਰੈਜ਼ਾਈਡਿੰਗ ਆਫੀਸਰ ਹੁੰਦਾ ਸਪੀਕਰ, ਸੌਰੀ ਲੀਡਰ ਆਫ ਦਾ ਆਪਣਾ ਪ੍ਰਧਾਨ ਮੰਤਰੀ ਹੁੰਦਾ ਤੇ ਪ੍ਰੈਜ਼ਾਈਡਿੰਗ ਆਫੀਸਰ ਕੌਣ ਹੁੰਦਾ? ਸਪੀਕਰ। ਵੀ ਜਿਹਨੇ ਉਸ ਹਾਊਸ ਦਾ ਕੰਮ ਸਹੀ ਢੰਗ ਨਾਲ ਚਲਾਉਂਦੇ ਰੱਖਣਾ ਹੁੰਦਾ, ਉਹਦੀ ਜ਼ਿੰਮੇਵਾਰੀ ਹੁੰਦੀ ਹੈ। ਜਿਵੇਂ ਆਪਾਂ ਕਲਾਸ ਦੇ ਵਿੱਚ ਜਿਵੇਂ ਹੁਣ ਮਾਸਟਰ ਨਹੀਂ ਹੁੰਦਾ, ਮੋਨੀਟਰ ਲਾ ਜਾਂਦੇ ਆ, ਜਾਂ ਕਲਾਸ ਜਿੰਨਾ ਟਾਈਮ ਮਾਸਟਰ ਬੈਠਾ ਹਨਾ, ਉਹਨਾਂ ਟਾਈਮ ਵੀ ਉਹਦੀ ਜ਼ਿੰਮੇਵਾਰੀ ਹੈ ਕਲਾਸ ਦੇ ਵਿੱਚ ਸਾਰਾ ਕੁਝ ਮੇਨਟੇਨ ਕਰਨਾ, ਅਨੁਸ਼ਾਸਨ ਨੂੰ ਬਣਾਈ ਰੱਖਣਾ। ਉਵੇਂ ਸਪੀਕਰ ਦਾ ਕੰਮ ਹੁੰਦਾ ਵੀ ਜਿਹੜਾ ਸਦਨ ਆ ਹਨਾ, ਉਹਦੇ ਵਿੱਚ ਕੀ ਰਵੇ, ਇੱਕ ਡਿਸਿਪਲਿਨ ਰਵੇ, ਅਨੁਸ਼ਾਸਨ ਰਵੇ। ਤਾਂ ਕਰਕੇ ਬਾਹਰ ਕੱਢ ਦਿੰਦਾ ਨਾ, ਜਾਓ ਤੁਸੀਂ ਕੱਢਿਆ ਬਾਹਰ, ਤੁਹਾਨੂੰ ਕੱਢ ਦਿੰਦੇ ਨਾ ਸਪੀਕਰ। ਭਗਵੰਤ ਮਾਨ ਰੋਈ ਜਾਂਦਾ ਸਾਨੂੰ ਸਪੀਕਰ ਸਾਹਿਬ ਨੇ ਅੰਦਰ ਨਹੀਂ ਬੈਠਣ ਦਿੱਤਾ, ਸਾਨੂੰ ਬਾਹਰ ਕੱਢ ਦਿੱਤਾ ਹੈ, ਕਰੀ ਜਾਂਦੇ ਹੁੰਦੇ ਨਾ। ਸੋ ਉਹਦੀ ਉਹ ਡਿਊਟੀ ਹੁੰਦੀ ਹੈ। ਸੋ ਇਹਨਾਂ ਨੇ ਜਦੋਂ ਹੁਣ ਮੰਨ ਕੇ ਚਲੋ ਜੇ ਰਾਜ ਸਭਾ 'ਚ ਉਹ ਪੇਸ਼ ਕੀਤਾ ਤੇ 64 ਜਾਣਿਆਂ ਨੇ ਸਾਈਨ ਕਰਕੇ ਉਹਨੂੰ ਸਪੀਕਰ ਨੂੰ ਫੜਾਤਾ। ਉਹ ਹੁਣ ਸਪੀਕਰ ਨੇ ਇਹ ਨਹੀਂ ਕਹਿਣਾ ਵੀ ਚਲੋ ਪਾਈਏ ਵੋਟਾਂ ਭਾਈ, ਉਹਨੇ ਬਾਅਦ ਵਿੱਚ ਸਪੀਕਰ ਨੇ ਕੀ 14 ਦਿਨਾਂ ਵੀ ਉਹਨੂੰ ਨੋਟਿਸ ਦੇ ਦੇਣਾ, ਪ੍ਰੈਜ਼ੀਡੈਂਟ ਨੂੰ ਉਹਨੂੰ ਨੋਟਿਸ ਭੇਜ ਦੇਣਾ ਵੀ ਹਾਂ ਬਈ ਤੁਹਾਡੇ ਤੇ ਇੰਪੀਚਮੈਂਟ ਪ੍ਰੋਸੈਸ ਸਟਾਰਟ ਹੋਊਗੀ ਰਾਜ ਸਭਾ ਦੇ ਵਿੱਚ ਜਾਂ ਲੋਕ ਸਭਾ 'ਚ ਹਨਾ, ਤੇ ਤੁਹਾਨੂੰ 14 ਦਿਨਾਂ ਦਾ ਟਾਈਮ ਆ। ਤੁਹਾਨੂੰ ਵੈਸੇ ਹੀ ਦੱਸਿਆ 14 ਦਿਨ ਪਹਿਲਾਂ ਵੀ ਅੱਜ ਤੋਂ 14ਵੇਂ ਦਿਨ ਤੁਹਾਡੇ ਤੇ ਇੰਪੀਚਮੈਂਟ ਪ੍ਰੋਸੈਸ ਸਟਾਰਟ ਹੋ ਜੂਗੀ। ਠੀਕ ਹੈ, ਦੋ ਚੀਜ਼ਾਂ ਪਤਾ ਲੱਗ ਗਿਆ? ਹਾਂ ਬਈ। ਠੀਕ ਹੈ, ਜਦੋਂ ਹੁਣ ਮੰਨ ਕੇ ਚਲੋ ਇੰਪੀਚਮੈਂਟ 14ਵੇਂ ਦਿਨ, ਹੁਣ ਅੱਜ ਤੋਂ 14ਵੇਂ ਦਿਨ ਫਿਰ ਕੀ ਹੋਊਗੀ? ਇੰਪੀਚਮੈਂਟ ਸਟਾਰਟ ਹੋਊਗੀ। ਅੱਜ 14 ਦਿਨ ਹੁਣ ਜਿੱਦਣ ਇੰਪੀਚਮੈਂਟ ਸਟਾਰਟ ਹੋਣ ਲੱਗੀ ਉਸ ਦਿਨ ਕੀ ਹੋਊਗਾ? ਉਸ ਦਿਨ ਕੁਝ ਨਹੀਂ ਹੋਣਾ, ਬਸ ਉਹਨਾਂ ਨੇ ਕੀ ਕਰਨਾ ਵੀ ਜਿਹੜੇ ਹਾਊਸ ਦੇ ਵਿੱਚ ਉਹ ਸਬਮਿਟ ਕਰਵਾਇਆ ਸੀ, ਉਹ ਜਿਹੜਾ ਆਪਾਂ 65 ਜਣਿਆਂ ਨੇ ਸਾਈਨ ਕਰਕੇ ਇੰਪੀਚਮੈਂਟ ਵਾਲੀ ਉਹ ਫਾਰਮ, ਹੁਣ ਉਹ ਕੀ ਕਰਨਗੇ? ਵੋਟਾਂ ਉਸ ਹਾਊਸ ਦੇ ਵਿੱਚ ਵੋਟਿੰਗ ਹੋਊਗੀ ਤੇ ਜੇ ਵੋਟਿੰਗ 'ਚ ਸਿੰਪਲ ਮੈਜੋਰਟੀ ਸੌਰੀ ਵੋਟਿੰਗ 'ਚ ਹੁਣ ਮੰਨ ਕੇ ਚਲੋ ਕਿਹੜੀ ਮੈਜੋਰਟੀ ਦੀ ਗੱਲ ਹੋਣੀ ਹੈ, ਇੱਥੇ ਵੇਖੋ ਹੁਣ ਕਿੰਨੀਆਂ ਵੋਟਾਂ ਚਾਹੀਦੀਆਂ ਉਹਨੂੰ ਰਿਮੂਵ ਕਰਨ ਵਾਸਤੇ। ਮੈਂ ਤੁਹਾਨੂੰ ਦੱਸਿਆ ਸੀਗਾ ਵੀ ਉੱਥੇ ਜਦੋਂ ਆਪਾਂ ਮੈਜੋਰਟੀਜ਼ ਦੀ ਗੱਲ ਕੀਤੀ ਸੀ ਵੀ ਆਪਣੀਆਂ ਕਿੰਨੇ ਤਰ੍ਹਾਂ ਦੀਆਂ ਮੈਜੋਰਟੀ ਹੁੰਦੀਆਂ, ਮੇਨਲੀ 4 ਤਰ੍ਹਾਂ ਦੀਆਂ। ਸਿੰਪਲ ਮੈਜੋਰਟੀ, ਐਬਸੋਲਿਊਟ ਮੈਜੋਰਟੀ, ਇਫੈਕਟਿਵ ਮੈਜੋਰਟੀ ਤੇ ਚੌਥੀ ਹੁੰਦੀ ਸੀ ਸਪੈਸ਼ਲ। ਤੇ ਸਪੈਸ਼ਲ ਦੇ ਵਿੱਚ ਵੀ 2 ਟਾਈਪਸ ਹੁੰਦੀਆਂ ਸੀ। ਇੱਕ ਹੁੰਦੇ ਸੀਗੇ, ਇੱਕ ਹੀ ਹੁੰਦਾ ਸੀ 2/3 ਹਨਾ, ਮੈਜੋਰਟੀ ਆਫ 2/3
of members present and voting ਤਾਂ ਉਹ ਸੀਗੀ ਸਪੈਸ਼ਲ ਮੈਜੋਰਟੀ। ਇੱਕ ਸੀਗੀ majority of 2/3 members ਹੈ ਨਾ of the total membership of the house। ਪ੍ਰੈਜ਼ੈਂਟ ਐਂਡ VOTING ਦਾ 2/3 ਤੁਹਾਨੂੰ ਦੱਸਿਆ ਸੀ ਵੀ ਕਰਾਉਣਾ ਸੌਖਾ ਹੀ ਆ ਵੀ ਉਹ ਜੇ ਹੁਣ ਮੰਨ ਕੇ ਚਲੋ ਐਬਸੈਂਟ ਹੀ ਹੋਣਗੇ ਅੱਧੇ ਬੰਦੇ ਦਾ। ਗੱਲ ਯਾਦ ਆਈ ਕਿ ਨਹੀਂ ਆਈ? ਦੁਬਾਰਾ ਦੇਵਾਂ ਐਗਜ਼ਾਮਪਲ। ਹਾਂ ਬਈ ਠੀਕ ਆ ਵੀ ਜੇ ਹੁਣ 50 ਬੰਦੇ, ਜੇ ਹੁਣ ਮੰਨ ਕੇ ਚਲੋ 100 ਬੰਦੇ ਆ ਹਨਾ ਕਿਸੇ ਹਾਊਸ ਦੇ ਵਿੱਚ, ਜਸਟ ਐਗਜ਼ਾਮਪਲ ਆ ਵੀ 100 ਬੰਦਾ, 100 ਚੋਂ ਹੁਣ ਜੇ ਮੰਨ ਕੇ ਚਲੋ ਆਪਾਂ ਪ੍ਰੈਜ਼ੀਡੈਂਟ VOTING ਦਾ 2/3 ਬਣਾਉਣਾ ਤੇ ਹੋ ਸਕਦਾ ਉਦੋਂ ਬੰਦੇ ਜਿਨ੍ਹਾਂ ਨੇ ਵੋਟ ਪਾਈ ਆ ਪ੍ਰੈਜ਼ੈਂਟ ਹੋਏ ਆ ਹਨਾ ਉਹ 70 ਬੰਦੇ ਪ੍ਰੈਜ਼ੈਂਟ ਹੋਏ ਆ ਉਦੋਂ, ਤੇ 17 ਦਾ 2/3 ਬਣਾਉਣਾ ਤੇ 46 ਬਣੂਗਾ। ਉਹ ਤਾਂ ਜੇ ਐਬਸੋਲੂਟ ਮੈਜੋਰਟੀ ਦੀ ਗੱਲ ਕਰਕੇ ਐਬਸੋਲੂਟ ਮੈਜੋਰਟੀ 51 ਬਣੂਗੀ ਨਾ 100 ਦੇ ਹਿਸਾਬ ਨਾਲ। ਠੀਕ ਹੈ, ਤੇ ਉਹ ਤਾਂ ਫਿਰ ਉਦੋਂ ਵੀ ਘਟ ਗਿਆ, ਕਾਦੀ ਸਪੈਸ਼ਲ ਰਹਿ ਗਈ ਉਹ। ਤੇ ਜੇ ਸਪੈਸ਼ਲ ਮੈਜੋਰਟੀ ਆਪਾਂ ਬਣਾਉਣੀ ਹੈ ਟੋਟਲ ਮੈਂਬਰਸ਼ਿਪ ਆਫ ਹਾਊਸ ਦੀ, ਤੇ ਉਹ ਕਿੰਨੀ ਬਣੂਗੀ? 67 ਬਣੂਗੀ, ਕਿਉਂਕਿ ਟੋਟਲ ਮੈਂਬਰਸ਼ਿਪ ਕਿੰਨੇ ਆ ਆਪਣੇ 100 ਸੀ। ਗੱਲ ਆਈ ਦਿਮਾਗ 'ਚ ਕਿ ਨਹੀਂ ਆਈ? हाँ भाई 2/3 ਮੈਂਬਰ ਪ੍ਰੈਜ਼ੈਂਟ ਐਂਡ VOTING ਵੀ ਹੋ ਸਕਦੇ ਸਪੈਸ਼ਲ ਮੈਜੋਰਟੀ ਜੀ, ਤੇ 2/3 ਮੈਂਬਰ ਆਫ ਟੋਟਲ ਮੈਂਬਰਸ਼ਿਪ ਆਫ ਹਾਊਸ ਵੀ ਹੋ ਸਕਦੀ ਹੈ ਮੈਜੋਰਟੀ। ਸੋ ਟੋਟਲ ਮੈਂਬਰਸ਼ਿਪ ਆਫ ਹਾਊਸ ਦਾ ਤੁਹਾਨੂੰ ਦੱਸਿਆ ਵੀ 67 ਸੀਟਾਂ ਬਣਦੀਆਂ, ਫਿਰ ਜਾ ਕੇ ਉਹ ਪਾਸ ਹੋਊਗਾ 100 ਚੋਂ। ਤੇ ਜਿਹੜੀ ਹੁਣ ਪ੍ਰੈਜ਼ੀਡੈਂਟ VOTING ਵਾਲੀ ਤੁਹਾਨੂੰ ਗੱਲ ਕਰੀ ਜਾਂਦਾ ਵੀ ਹੋ ਸਕਦਾ ਉਹ ਚੋਂ 30 ਬੰਦੇ ਤਾਂ ਐਬਸੈਂਟ ਹੀ ਆ ਉਦੋਂ। ਕਿੰਨੇ ਬੰਦੇ ਆਏ ਆ? 70, ਤੇ 17 ਨੇ ਵੋਟ ਕਰਤੀ ਹਨਾ, ਤੇ 17 ਦਾ 2/3 ਕਿੰਨਾ ਬਣੂਗਾ? 46 47 ਕਹਿ ਲਓ, 46 47 ਹੈ ਨਾ, 46.5 ਬਣੂਗਾ। ਸੋ 47 ਬੰਦਿਆਂ ਨੇ ਜੇ ਵੋਟ ਕਰਤੀ ਤਾਂ ਉਹ ਏਜੰਟ ਕੀ ਹੋ ਜੂ? ਰਿਮੂਵ ਹੋ ਜੂ। 100 ਦੇ ਹਿਸਾਬ ਨਾਲ ਦੱਸਿਆ ਵੀ ਉਹਨੂੰ, ਜੇ ਹੁਣ 250 ਤਾਂ ਉਹਨੂੰ ਉਸ ਪਰਸੈਂਟੇਜ ਦੇ ਹਿਸਾਬ ਨਾਲ ਬਣਾ ਲਿਓ। ਗੱਲ ਸਮਝ ਲੱਗੀ ਕਿ ਨਹੀਂ ਲੱਗੀ? आगे ਠੀਕ ਹੈ, ਵੀ ਇੱਥੇ ਮੇਨ ਪੁਆਇੰਟ ਕੀ ਆ ਵੀ ਜਿਹੜੀ ਇੱਥੇ ਮੈਜੋਰਟੀ ਆ ਉਹ ਸਪੈਸ਼ਲ ਆ, ਤੇ ਪਰ ਸਪੈਸ਼ਲ ਵਾਲੀ ਵੀ ਕਿਹੜੀ? 2/3 ਦੱਸੋ, ਮੈਜੋਰਟੀ ਆਫ 2/3 ਆਫ ਦਾ, ਬੋਲੋ ਯਾਰ, ਟੋਟਲ ਮੈਂਬਰਸ਼ਿਪ ਆਫ टोटल मेंबर total membership of the house, हाउस majority of 2/3 members of the total membership of house। ਓਹੋ ਗੱਲ ਸਮਝ ਲੱਗ ਗਈ ਕਿ ਨਹੀਂ? ਹਾਂ ਮੈਂਬਰਸ ਪ੍ਰੈਜ਼ੈਂਟ ਐਂਡ VOTING ਨਹੀਂ, ਟੋਟਲ ਮੈਂਬਰਸ਼ਿਪ ਆਫ ਹਾਊਸ। ਬਹੁਤ ਔਖੀ ਹੈ ਇਹ, ਸਾਰਿਆਂ ਤੋਂ ਔਖੀ ਹੈ ਇਹ ਮੈਜੋਰਟੀ ਲਿਆਉਣੀ। ਸੋ ਕਹਿਣ ਦਾ ਮਤਲਬ ਕੀ ਹੈ, ਦੂਜੇ ਸ਼ਬਦਾਂ ਵਿੱਚ ਕਹੀਏ ਕਿ ਪ੍ਰੈਜ਼ੀਡੈਂਟ ਨੂੰ ਰਿਮੂਵ ਕਰਨਾ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਇੱਕ ਬਹੁਤ ਔਖਾ ਕੰਮ ਆ। ਤੇ ਇਹ ਫਿਰ ਕਨਸਟੀਟਿਊਸ਼ਨ ਦਾ ਕਿਹੜਾ ਫੀਚਰ ਸ਼ੋ ਕਰਦਾ ਵੀ ਇਹ ਰਿਜਿਡ ਕਿ ਫਲੈਕਸੀਬਲ? ਰਿਜਿਡ ਬਾਈ ਰਿਜਿਡ ਹੈ ਨਾ, ਵੀ ਅਸਲ 'ਚ ਇਹ ਤਾਂ ਚਲੋ ਕਨਸਟੀਟਿਊਸ਼ਨ ਦੀ ਆਪਾਂ ਨਹੀਂ ਕਰ ਰਹੇ, ਆਪਾਂ ਸੌਰੀ ਕਨਸਟੀਟਿਊਸ਼ਨ ਦੀ ਅਮੈਂਡਮੈਂਟ ਨਹੀਂ ਕਰ ਰਹੇਗੇ ਵੀ ਉਹ ਅਮੈਂਡਮੈਂਟ ਦੇ ਵਿੱਚ ਵੀ ਜੇ ਇਹ ਚੀਜ਼ ਹੋਊਗੀ ਤਾਂ ਫਿਰ ਉਹ ਆਪਾਂ ਗੱਲ ਕਰਾਂਗੇ। ਜਸਟ ਇੱਕ ਵੈਸੇ ਤੁਹਾਡੇ ਤੋਂ ਕੁਐਸਚਨ ਪੁੱਛਿਆ ਵੀ ਇਹ ਵੀ ਰਿਜਿਡਿਟੀ ਇੱਕ ਹਿਸਾਬ ਦੀ ਹੈ ਨਾ, ਵੀ ਜੇ ਜ਼ਿਆਦਾ ਔਖਾ ਰਿਮੂਵ ਹੋ ਰਿਹਾ ਕੋਈ ਬੰਦਾ। ਇੰਨਾ ਪਤਾ ਲੱਗ ਗਿਆ? ਹੁਣ ਮੰਨ ਕੇ ਚੱਲੋ ਵੀ ਆਪਾਂ ਰਾਜ ਸਭਾ 'ਚ ਪਹਿਲਾਂ ਪੇਸ਼ ਕੀਤਾ ਸੀ ਹਨਾ, ਰਾਜ ਸਭਾ ਦੇ ਵਿੱਚ ਇਹ ਕੀ ਹੋ ਗਿਆ ਵੀ ਹਾਂ 2/3 ਵੋਟਾਂ ਪੈ ਵੀ ਗਈਆਂ ਉਹਨੂੰ, ਸੋ ਉੱਥੇ ਉਹ ਕੀ ਹੋ ਜਾਊਗਾ? ਪਾਸ ਹੋ ਜਾਊਗਾ। ਹਾਂ ਬਾਈ ਠੀਕ ਹੈ, ਇੰਨਾ ਪਤਾ ਲੱਗਿਆ ਨਾ ਇੱਥੇ ਤੱਕ ਕਿਵੇਂ ਪਹੁੰਚੇ ਆਪਾਂ? ਹਾਂ ਹਾਂ ਬਾਈ ਠੀਕ ਹੈ, ਹੁਣ ਇੱਥੇ ਹੋ ਗਿਆ ਰਾਜ ਸਭਾ ਦੇ ਵਿੱਚ ਹੋ ਗਿਆ ਮੰਨ ਕੇ ਚਲੋ ਪਾਸ। ਹੁਣ ਉਦੋਂ ਬਾਅਦ ਦੇ ਵਿੱਚ ਉਹਨੇ ਕਿੱਥੇ ਜਾਣਾ? ਦੂਜੇ ਹਾਊਸ ਦੇ ਵਿੱਚ, ਉਸੇ ਚੀਜ਼ ਨੇ ਦੂਜੇ ਹਾਊਸ 'ਚ ਵੋਟਿੰਗ ਹੋਣੀ ਹੈ। ਠੀਕ ਹੈ, ਹੁਣ ਦੂਜਾ ਹਾਊਸ ਜਿਹੜਾ ਹੋਊਗਾ ਉਹ ਕੀ ਹੋਊਗਾ? ਪਹਿਲਾਂ ਉਹ ਵੋਟਿੰਗ ਨਹੀਂ ਸਿੱਧੀ ਜਾਣ ਸਰ ਉੱਥੇ ਵੋਟਿੰਗ ਨਹੀਂ ਹੋ ਜਾਣੀ, ਜਿਵੇਂ ਆਮ ਬਿੱਲ ਹੁੰਦਾ ਵੀ ਉਹ ਇੱਕ ਆਪਣੇ ਹਾਊਸ ਦੇ ਵਿੱਚੋਂ ਪਾਸ ਹੋ ਗਿਆ ਹਨਾ, ਤੇ ਫਿਰ ਉਹ ਦੂਜੇ ਸਦਨ 'ਚ ਜਾ ਵੜਦਾ, ਦੂਜੇ ਹਾਊਸ 'ਚ ਜਾ ਵੜਦਾ। ਆਮ ਬਿੱਲ ਦਾ ਤਾਂ ਸਿਰਫ ਇੰਨਾ, ਤੇ ਦੂਜੇ ਹਾਊਸ ਜਾ ਕੇ ਉਹਨੇ ਕੀ ਕਰ, ਉਹ ਤੇ ਸਿੱਧੀ ਵੋਟਿੰਗ ਹੀ ਹੁੰਦੀ ਆ। ਠੀਕ ਹੈ, ਪਰ ਹੁਣ ਇੱਥੇ ਕੀ ਆ, ਇੱਥੇ ਸਿੱਧੀ ਵੋਟਿੰਗ ਨਹੀਂ ਹੋਣੀ, ਪਹਿਲਾਂ ਉਹਦੇ ਜਿਹੜੇ ਇਨਵੈਸਟੀਗੇਸ਼ਨ ਹੋਊਗੀ, ਉਹਦੇ ਜਿਹੜਾ ਦੋਸ਼ ਲੱਗਿਆ ਨਾ, ਦੋਸ਼ ਦੀ ਪਹਿਲਾਂ ਜਾਂਚ ਕਰਨਗੇ ਵੀ ਇਹ ਦੋਸ਼ ਸਹੀ ਹੈ ਕਿ ਗਲਤ ਆ। ਗੱਲ ਸਮਝ ਲੱਗੀ? ਠੀਕ ਹੈ ਵੀ ਹਾਂ ਵੀ ਇਹ ਜਿਹੜਾ ਦੋਸ਼ ਇੱਥੇ ਲਾਇਆ ਕਨਸਟੀਟਿਊਸ਼ਨ ਦੀ ਵਾਇਓਲੇਸ਼ਨ ਦਾ ਉਹ ਸਹੀ ਹੈ ਕਿ ਗਲਤ ਆ, ਉਹਦੀ ਇਨਵੈਸਟੀਗੇਸ਼ਨ ਹੋਊਗੀ। ਦਾ ਪ੍ਰੈਜ਼ੀਡੈਂਟ ਹੈਜ਼ ਦਾ ਰਾਈਟ ਹਨਾ, ਤੇ ਉਹਨੂੰ ਪ੍ਰੈਜ਼ੀਡੈਂਟ ਨੂੰ ਮੌਕਾ ਵੀ ਦੇਣਗੇ ਉਹ ਵੀ ਆ ਤੂੰ ਆ ਕੇ ਸਾਡੇ ਸਾਹਮਣੇ ਪੇਸ਼ ਹੋ। ਇੱਕ ਹਿਸਾਬ ਦੀ ਅਦਾਲਤ ਬਣ ਗਿਆ ਦੂਜਾ ਹਾਊਸ। ਪਹਿਲੇ ਹਾਊਸ ਨੇ ਕੀ ਕੀਤਾ? ਆਰੋਪ ਲਾਤਾ ਵੀ ਇਹਨੇ ਵਾਇਓਲੇਸ਼ਨ ਕੀਤੀ ਹੈ ਕਨਸਟੀਟਿਊਸ਼ਨ ਦੀ,
ਤੇ ਵੋਟਾਂ ਵੀ ਪੈ ਗਈਆਂ ਤੇ ਉਹ ਚੀਜ਼ ਉਧਰੋਂ ਉਹਨਾਂ ਨੇ ਪ੍ਰੂਵ ਵੀ ਕਰਤੀ ਵੀ ਹਾਂ ਵੀ ਹਨਾ ਵੀ ਸਾਡੇ ਵੱਲੋਂ ਵੀ 67 ਬੰਦਿਆਂ ਨੇ ਵੋਟਾਂ ਵੀ ਪਾ ਦਿੱਤੀਆਂ ਵੀ ਚਲੋ ਵੀ ਇਹ ਇਹਨੇ ਵਾਇਓਲੇਸ਼ਨ ਕੀਤੀ ਹੈ, ਉਹਨੂੰ ਇੰਪੀਚ ਕਰੋ। ਹੁਣ ਦੂਜਾ ਹਾਊਸ ਉਹਨੂੰ ਕਹੂਗਾ ਵੀ ਹਾਂ ਪ੍ਰੈਜ਼ੀਡੈਂਟ ਸਾਹਿਬ ਵੀ ਤੁਸੀਂ ਕੁਝ ਕਹਿਣਾ ਇਸ ਮਾਮਲੇ ਦੇ, ਵੀ ਤੁਸੀਂ ਆਓ ਆ ਕੇ ਸਾਡੇ ਸਾਹਮਣੇ ਪੇਸ਼ ਹੋ, ਦੱਸੋ ਕੀ ਗੱਲ ਆ ਹਨਾ। ਸੋ ਪ੍ਰੈਜ਼ੀਡੈਂਟ ਹੈਜ਼ ਦਾ ਰਾਈਟ ਟੂ ਅਪੀਅਰ ਐਂਡ ਟੂ ਬੀ ਰਿਪਰੈਜ਼ੈਂਟਡ ਐਟ ਸੱਚ ਇਨਵੈਸਟੀਗੇਸ਼ਨ। ਜਿਹੜੀ ਇਨਵੈਸਟੀਗੇਸ਼ਨ ਕਰੂਗਾ ਨਾ ਦੂਜਾ ਹਾਊਸ, ਜਿਵੇਂ ਆਪਾਂ ਐਗਜ਼ਾਮਪਲ ਲਈ ਜਾਂਦੇ ਵੀ ਪਹਿਲਾ ਹਾਊਸ ਰਾਜ ਸਭਾ ਸੀ, ਹੁਣ ਦੂਜਾ ਲੋਕ ਸਭਾ ਚ ਉਹ ਚੀਜ਼ ਆਈ ਆ, ਤੇ ਲੋਕ ਸਭਾ ਦੇ ਵਿੱਚ ਪ੍ਰੈਜ਼ੀਡੈਂਟ ਪੇਸ਼ ਹੋ ਸਕਦਾ ਤੇ ਠੀਕ ਹੈ, ਤੇ ਆਪਦੀ ਗੱਲ ਰੱਖ ਸਕਦਾ। ਇਫ ਦਾ ਅਦਰ ਹਾਊਸ ਆਲਸੋ ਸਸਟੇਨਸ ਦਾ ਚਾਰਜ, ਸਸਟੇਨ ਹੁੰਦਾ ਜਾਰੀ ਰੱਖਣਾ, ਜੇ ਦੂਜੇ ਹਾਊਸ ਨੇ ਵੀ ਕਿਹਾ ਵੀ ਹਾਂ ਵੀ ਇਹ ਉਲੰਘਣਾ ਤਾਂ ਕੀਤੀ ਹੈ ਪ੍ਰੈਜ਼ੀਡੈਂਟ ਨੇ, ਉਹਨੇ ਸਸਟੇਨ ਰੱਖੇ ਚਾਰਜ, ਠੀਕ ਹੈ। and passes the motion by a majority of 2/3 of the total membership of the president, ਠੀਕ ਹੈ। ਟੋਟਲ ਮੈਂਬਰਸ਼ਿਪ ਦੇ ਹਿਸਾਬ ਨਾਲ ਉਹਨਾਂ ਨੇ ਕਰਤੇ 2/3 ਦੇ ਹਿਸਾਬ ਨਾਲ। ਮੈਂ ਰਿਪੀਟ ਕਰਨ ਲੱਗਿਆ, if the other house also sustain the charges and passes the motion by a majority of 2/3 members of the total membership, ਠੀਕ ਹੈ। ਵੀ ਜੇ 2/3 ਮੈਂਬਰ ਨੇ, ਜਿਵੇਂ ਪਹਿਲਾਂ ਸਪੈਸ਼ਲ ਮੈਜੋਰਟੀ ਸੀ, ਉਸੇ ਸਪੈਸ਼ਲ ਮੈਜੋਰਟੀ ਦੇ ਨਾਲ ਹੁਣ ਫੇਰ ਪਾਸ ਹੋ ਗਏ ਤਾਂ ਪ੍ਰੈਜ਼ੀਡੈਂਟ ਕੀ ਹੋ ਜਾਊਗਾ, ਰਿਮੂਵ ਹੋ ਜਾਊਗਾ ਉਹਦੇ ਆਫਿਸ ਤੋਂ। ਕਦੋਂ? ਜਦੋਂ ਹੀ ਉਹ ਚੀਜ਼ ਪਾਸ ਹੋ ਗਈ ਦੂਜੇ ਹਾਊਸ ਦੇ ਵਿੱਚੋਂ, ਉਦੋਂ ਹੀ। ਸਮਝ ਲੱਗੀ ਕਿ ਨਹੀਂ ਲੱਗੀ? ਮੈਂ ਰਿਪੀਟ ਕਰਦਾ ਕੀ ਸੀ ਪ੍ਰੋਸੈਸ। ਸਾਰਿਆਂ ਤੋਂ ਪਹਿਲਾਂ ਤਾਂ ਇਹ ਹੈ ਵੀ ਵਾਇਓਲੇਸ਼ਨ ਆਫ ਕਨਸਟੀਟਿਊਸ਼ਨ ਦੇ ਆਧਾਰ ਤੇ ਹੀ ਪ੍ਰੈਜ਼ੀਡੈਂਟ ਨੂੰ ਹਟਾਇਆ ਜਾ ਸਕਦਾ, ਠੀਕ ਹੈ। ਫਿਰ ਪਹਿਲੀ ਗੱਲ ਇਹ ਹੈ ਵੀ ਜਦੋਂ ਹੁਣ ਤੁਸੀਂ ਉਹਨੂੰ ਹਟਾਉਣ ਵਾਸਤੇ ਪ੍ਰੋਸੀਡਿੰਗ ਕਿੱਥੇ ਸ਼ੁਰੂ ਕਰਨੀ ਪਊਗੀ? ਕਿਸੇ ਵੀ ਹਾਊਸ 'ਚ ਕਰ ਸਕਦੇ, ਭਾਵੇਂ ਲੋਕ ਸਭਾ 'ਚ ਕਰ ਲਓ, ਭਾਵੇਂ ਰਾਜ ਸਭਾ 'ਚ ਕਰ ਲਓ, ਠੀਕ ਹੈ। ਫਿਰ ਉਦੋਂ ਬਾਅਦ ਦੇ 'ਚ ਕੀ ਹੈ ਵੀ ਹੁਣ ਜੇ ਮੰਨ ਕੇ ਚੱਲੋ ਲੋਕ ਸਭਾ ਦੇ ਵਿੱਚ ਤੁਸੀਂ ਪ੍ਰੋਸੀਡਿੰਗ ਸਟਾਰਟ ਕਰਨੀ, ਜਾਂ ਆਪਾਂ ਰਾਜ ਸਭਾ ਦੀ ਉਦਾਹਰਨ ਲਈਏ, ਆਪਾਂ ਰਾਜ ਸਭਾ 'ਚ ਕਰਦੇ ਹਾਂ। ਰਾਜ ਸਭਾ ਦੇ ਵਿੱਚ ਪਹਿਲਾਂ ਕੀ ਹੋਣਾ ਚਾਹੀਦਾ ਬਈ 1/4 ਹਿੱਸਾ ਜਿਹੜੇ ਚੌਥੇ 1/4 ਪਾਰਟ, ਠੀਕ ਹੈ, ਉਹ ਮੈਂਬਰਸ ਉਨੇ ਮੈਂਬਰਾਂ ਦੇ ਸਾਈਨ ਹੋਣੇ ਚਾਹੀਦੇ ਉਹ ਚੀਜ਼ ਤੇ। ਉਹ ਤੁਸੀਂ ਉੱਥੋਂ ਦੇ ਜਿਹੜਾ ਪ੍ਰੈਜ਼ਾਈਡਿੰਗ ਆਫਿਸਰ ਉਹ ਸਪੀਕਰ ਆ ਜਾਂ ਹਨਾ ਸਭਾਪਤੀ ਜਾਂ ਕੋਈ ਵੀ ਹੈ, ਉਹਨੂੰ ਤੁਸੀਂ ਫੜਾਇਆ ਹੋਗੇ, ਠੀਕ ਹੈ। ਉਹ ਸਭਾਪਤੀ ਆ ਜਿਹੜਾ ਸਪੀਕਰ ਆ, ਉਹਨੇ ਪ੍ਰੈਜ਼ੀਡੈਂਟ ਨੂੰ 14 ਦਿਨਾਂ ਦਾ ਨੋਟਿਸ, ਐਡਵਾਂਸ ਨੋਟਿਸ ਭੇਜ ਦੇਣਾ ਵੀ ਹਾਂ ਭਾਈ ਅੱਜ ਤੋਂ 14 ਦਿਨਾਂ ਤੋਂ ਬਾਅਦ ਤੁਹਾਡੇ ਤੇ ਇੰਪੀਚਮੈਂਟ ਦੀ ਪ੍ਰੋਸੈਸ ਸਟਾਰਟ ਹੋਊਗੀ। 14ਵੇਂ ਦਿਨ ਇੰਪੀਚਮੈਂਟ ਦੀ ਪ੍ਰੋਸੈਸ ਸਟਾਰਟ ਹੋ ਜਾਂਦੀ ਹੈ। ਉਸ ਦਿਨ ਕੀ ਹੁੰਦਾ, ਵੋਟਾਂ ਪੈਂਦੀਆਂ, ਠੀਕ ਹੈ। ਤੇ ਜੇ 2/3 ਮੈਂਬਰਸ ਹਨਾ ਆਫ ਦਾ ਟੋਟਲ ਮੈਂਬਰਸ਼ਿਪ ਆਫ ਹਾਊਸ ਜੇ ਸਾਈਨ ਕਰ ਦਿੰਦੇ ਆ ਉਹ ਚੀਜ਼ ਤੇ, ਤਾਂ ਉਹ ਬਿੱਲ ਨੂੰ ਆਪਾਂ ਕੀ ਮੰਨ ਲਾਂਗੇ, ਉਹ ਬਿੱਲ ਸੌਰੀ ਕਹੀ ਜਾਂਦਾ ਵੀ ਉਹ ਜਿਹੜੀ ਪ੍ਰੋਸੈਸ ਹੈ ਇੰਪੀਚਮੈਂਟ ਦੀ, ਉਹਨੂੰ ਆਪਾਂ ਉਧਰੋਂ ਪਾਸ ਹੋਈ ਮੰਨ ਲਾਂਗੇ। ਕਿਹੜੇ ਹਾਊਸ ਤੋਂ? ਜਿਵੇਂ ਰਾਜ ਸਭਾ ਚੋਂ ਮੰਨ ਲਓ ਇੱਕ ਹਾਊਸ ਚੋਂ ਪਾਸ ਹੋ ਗਈ। ਹੁਣ ਜਦੋਂ ਇੱਕ ਹਾਊਸ ਚੋਂ ਪਾਸ ਹੋ ਗਈ, ਜਿਹੜਾ ਦੂਜਾ ਹਾਊਸ ਆ ਹੁਣ ਇੱਕ ਹਿਸਾਬ ਦਾ ਇਨਵੈਸਟੀਗੇਸ਼ਨ ਏਜੰਸੀ ਦਾ ਕੰਮ ਕਰੂਗਾ। ਜਿਵੇਂ ਆਪਣੀਆਂ ਕੋਰਟਾਂ ਜਾਂਚ ਕਰਦੀਆਂ ਹੁੰਦੀਆਂ ਵੀ ਇੱਥੇ ਆ ਚਾਰਜ ਲੱਗਿਆ, ਵੀ ਪੁਲਿਸ ਨੇ ਚਾਰਜ ਲਾਏ ਆ ਤੇ ਸਹੀ ਹੈ ਕਿ ਗਲਤ ਹੈ, ਦੂਜੇ ਹਾਊਸ ਨੇ ਕੀ ਕਰਨਾ, ਇਨਵੈਸਟੀਗੇਸ਼ਨ ਕਰਨੀ। ਸੋ ਦੂਜੇ ਹਾਊਸ ਦੇ ਸਾਹਮਣੇ ਪ੍ਰੈਜ਼ੀਡੈਂਟ ਪੇਸ਼ ਹੋ ਸਕਦਾ, ਆਪਦੀ ਗੱਲ ਰੱਖ ਸਕਦਾ, ਠੀਕ ਹੈ। ਪਰ ਜੇ ਦੂਜੇ ਹਾਊਸ ਨੇ ਵੀ ਜਦੋਂ ਇਨਵੈਸਟੀਗੇਸ਼ਨ ਕੀਤੀ ਤੇ ਉਹਨੂੰ ਵੀ ਲੱਗਿਆ ਵੀ ਹਾਂ ਵੀ ਪ੍ਰੈਜ਼ੀਡੈਂਟ ਤੋਂ ਵੀ ਕੋਈ ਸਹੀ ਜਵਾਬ ਦਿੱਤਾ ਨਹੀਂ ਗਿਆਗਾ, ਤੇ ਦੂਜੇ ਹਾਊਸ ਨੂੰ ਲੱਗਿਆ ਵੀ ਹਾਂ ਵੀ ਇਹਨੇ ਵਾਇਓਲੇਸ਼ਨ ਕੀਤੀ ਹੈ ਕਨਸਟੀਟਿਊਸ਼ਨ ਦੀ ਪ੍ਰੈਜ਼ੀਡੈਂਟ ਨੇ, ਤੇ ਉਹਨਾਂ ਨੇ ਕੀ ਕਰਨਾ, ਫਿਰ ਵੋਟਿੰਗ ਹੋਊਗੀ ਉਸ ਤੋਂ ਬਾਅਦ 'ਚ। ਇਹ ਵੋਟਿੰਗ ਉਹਦੇ 'ਚ ਵੀ ਸਪੈਸ਼ਲ ਮੈਜੋਰਟੀ 2/3 ਦੀ ਹੋਊਗੀ ਤਾਂ ਕੀ ਹੋ ਜਾਊਗਾ, ਫਿਰ ਪ੍ਰੈਜ਼ੀਡੈਂਟ ਨੂੰ ਰਿਮੂਵ ਕਰ ਦਿੱਤਾ ਜਾਊਗਾ। ਓਕੇ ਹੈ? ਹਾਂ ਬਈ ਓਕੇ ਬਈ। ਸਮਝ ਲੱਗ ਗਈ ਨਾ ਇੰਪੀਚਮੈਂਟ ਦੀ? ਸੋ ਅੱਜ ਇੰਨਾ ਹੀ ਕਰਦੇ ਆ, ਇੰਪੀਚਮੈਂਟ ਤੱਕ ਦਾ ਹੀ ਕਰਦੇ ਆ। ਕੱਲ ਨੂੰ ਆਪਾਂ ਪ੍ਰੈਜ਼ੀਡੈਂਟ ਪੂਰਾ ਕਰ ਲਾਂਗੇ, ਠੀਕ ਹੈ। ਓਕੇ ਠੀਕ ਹੈ। ਓਕੇ। ਹਾਂ, ਹੁਣ ਆਪਾਂ ਦੂਜਾ ਲੈਕਚਰ ਲੈਂਦੇ ਆ ਉਹਦੇ ਵਾਲਾ, এনवायरमेंट